ਚਾਹੇ ਉਧਰਲੀ ਸਰਕਾਰ ਚਾਹੇ ਆਪਣੀ ਸਰਕਾਰ ਆ, ਦੋਨਾਂ ਮੁਲਕਾਂ ਦੇ ਲੋਕਾਂ ਨੂੰ 1 ਦਿਨ 2 ਦਿਨ 7 ਦਿਨ ਵੱਧ ਤੋਂ ਵੱਧ ਵੀਜ਼ਾ ਦਿੰਦੇ ਨੇ। ਤੁਹਾਡੇ ਕੋਲ 720 ਦਿਨ ਦਾ ਕਿ ਮੇਰੇ ਕੋਲ ਤਾਂ ਵੀਜ਼ਾ ਓਪਨ ਹੁੰਦਾ ਹੈ। ਮੈਂ ਨਨਕਾਣਾ ਸਾਹਿਬ ਜਾਣਾ, ਪੰਜਾ ਸਾਹਿਬ ਜਾਵਾਂ, ਡੇਰਾ ਸਾਹਿਬ ਜਾਵਾਂ। ਇਲਜ਼ਾਮ ਲੱਗ ਜਾਂਦੇ ਨੇ ਸਾਡੇ ਸੈਨਿਕ ਸ਼ਹੀਦ ਹੋ ਜਾਂਦੇ, ਨਾਮ ਉੱਧਰ ਲੱਗਦਾ ਹੈਗਾ। ਪਾਕਿਸਤਾਨ ਵਾਲਿਆਂ ਨੂੰ ਕੋਈ ਕੁੜੱਤਣ ਨਹੀਂ, ਨਾ ਉਹਨਾਂ ਨੂੰ ਕਸ਼ਮੀਰ ਦੇ ਨਾਲ ਕੋਈ ਲੈਣਾ ਦੇਣਾ, ਨਾ ਉਹ ਡਿਸਕਸ ਕਰਦੇ ਨੇ। ਉਹ ਇਹ ਦਿੰਦੇ ਨੇ ਕਿ ਇੰਡੀਆ ਬਹੁਤ ਅੱਗੇ ਚਲਾ ਗਿਆ। ਉਹਨਾਂ ਨੂੰ ਇਹ ਹੁੰਦਾ ਕਿ ਸਰਦਾਰ ਸਵੇਰੇ ਕੱਪੜਾ ਹੋਰ ਹੁੰਦੇ ਨੇ, ਸ਼ਾਮ ਨੂੰ ਇਹਦੇ ਹੋਰ ਹੁੰਦੇ ਨੇ, ਪੱਗਾਂ ਇਹਨਾਂ ਦੀਆਂ ਵੇਖਣ ਵਾਲੀਆਂ ਨੇ, ਅੱਛੇ ਬੰਦਿਆਂ 'ਚ ਬਹਿੰਦੇ ਉੱਠਦੇ ਨੇ, ਰਹਿੰਦੇ ਨੇ। ਇਹਦਾ ਮਤਲਬ ਇਹ ਉੱਥੇ ਜਾ ਕੇ ਐਡਵਾਂਸ ਹੋ ਗਏ ਨੇ। ਜਿਨ੍ਹਾਂ ਨੇ ਲੁੱਟਾਂ ਮਾਰੀਆਂ ਕੀਤੀਆਂ ਜਾਂ ਜਿਨ੍ਹਾਂ ਨੇ ਉਜਾੜਿਆ, ਉਹ ਮੈਂ ਉਹਨਾਂ ਨੂੰ ਕਹਿੰਦਾ ਯਾਰ ਅਸੀਂ ਤਾਂ ਉਜੜ ਕੇ ਫਿਰ ਵਸ ਗਏ, ਤੁਸੀਂ ਇੱਥੇ ਹੀ ਉਜੜ ਗਏ ਹੋ। ਪਾਕਿਸਤਾਨ ਵਾਲੇ ਨਾ ਇਹਨਾਂ ਚੀਜ਼ਾਂ 'ਚ ਨਹੀਂ ਪੈਂਦੇ, ਕੁੜੱਤਣ ਵੀ ਕੋਈ ਨਹੀਂ ਉਹਨਾਂ ਨੂੰ। ਕੁੜੱਤਣ ਤਾਂ ਇੱਕ ਦਿਨ ਦੀ ਖੇਡ ਹੈ ਸਾਰੀ, ਕੁੜੱਤਣ ਇੱਕ ਦਿਨ 'ਚ ਹੀ ਖਤਮ ਹੋ ਜਾਏਗੀ। ਸਰਕਾਰਾਂ ਦੀ ਮਜਬੂਰੀ ਏ, ਉਹ ਵੋਟ ਉਹ ਸੋਚਦੇ ਨੇ ਕਿ ਵੋਟ ਕਸ਼ਮੀਰ ਦੇ ਨਾਂ 'ਤੇ ਮਿਲ ਜਾਏਗਾ। ਦੋਨੇ ਮੁਲਕੀ। ਤੁਸੀਂ ਦੇਖ ਰਹੇ ਹੋ ABC ਪੰਜਾਬ, ਤੁਹਾਡਾ ਸਭ ਦਾ ਸਵਾਗਤ ਕਰਦੇ ਹਾਂ। ਆਜ਼ਾਦੀ ਦੇ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਲੇਕਿਨ ਵਰ੍ਹੇਗੰਢ ਦੇ ਦੌਰਾਨ ਕੁਝ ਜ਼ਖਮ ਅੱਲੇ ਵੀ ਕਿ ਬੜੀ ਵੱਢ ਟੁੱਕ ਹੋਈ ਸੀ। ਔਰ ਉਸ ਸਮੇਂ ਇਹ ਵੱਢ ਟੁੱਕ ਦਾ ਜਿਹੜਾ ਸਵਾਲ ਸੀ ਉਹ ਹਮੇਸ਼ਾ ਪੀੜ ਰਹੇਗੀ ਅੱਜ ਤੱਕ ਵੀ। ਪਰ ਕੁਝ ਅਜਿਹੇ ਯਾਦਾਂ ਵੀ ਆ ਦੋਨਾਂ ਪਾਸੇ, ਕਈ ਉੱਧਰ ਰਹਿ ਗਏ, ਕੋਈ ਇੱਧਰ ਆ ਗਏ, ਕੋਈ ਉਜੜ ਗਿਆ, ਕੋਈ ਵਸ ਗਿਆ। ਪਰ ਨਾਲ ਦੀ ਨਾਲ ਜਿੱਥੋਂ ਤੱਕ ਮਸਲਾ ਕਿ ਕੀ ਜਿਹੜੀ 47 ਦੀ ਜਿਹੜੀ ਉਜਾੜਾ ਸੀ ਉਹ ਮੁੜ ਨਾ ਹੋਵੇ, ਇਹ ਸਾਰੇ ਪਾਸੇ ਲੋਕ ਦੁਆ ਕਰਦੇ ਨੇ। ਪਰ ਅੱਜ ਅਸੀਂ ਗੱਲਬਾਤ ਕਰਾਂਗੇ ਉਸੇ ਸੰਦਰਭ ਦੇ ਵਿੱਚ ਕਿ ਕਿਸੇ ਨੇ ਪਾਕਿਸਤਾਨ ਜਾਣਾ ਹੋਵੇ ਤੇ ਡਰ ਲੱਗਾ ਰਹਿੰਦਾ ਕਿ ਜੇ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਤਾਂ ਸ਼ਾਇਦ ਫਿਰ ਅਮਰੀਕਨ ਜਾਂ ਯੂਰਪੀਅਨ ਕੰਟਰੀਆਂ ਦਾ ਵੀਜ਼ਾ ਨਾ ਲੱਗੇ। ਤੇ ਜਿਸ ਹਸਤੀ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਨੇ, ਉਹਨਾਂ ਦਾ 1 ਵਰ੍ਹਾ ਨਹੀਂ, 2 ਵਰ੍ਹਾ ਨਹੀਂ, 3 ਵਰ੍ਹਾ ਨਹੀਂ, ਸ਼ਾਇਦ ਪਾਕਿਸਤਾਨ ਦੇ ਜਿਹੜੀ ਸਟੈਂਪ ਲੱਗੀ ਹੈ ਵੀਜ਼ੇ ਦੀ, ਉਹ 4 ਪਾਸਪੋਰਟ ਵੀ ਘੱਟ ਪੈ ਗਏ ਨੇ। ਤੇ ਲੋਕੀ ਨਨਕਾਣਾ ਸਾਹਿਬ ਵਾਸਤੇ ਜਦੋਂ ਨਤਮਸਤਕ ਹੋਣ ਜਾਂਦੇ ਨੇ ਤੇ ਸੁੱਖ ਮੰਗਦੇ ਨੇ ਕਿ ਚਾਹੇ 1 ਦਿਨ ਦਾ ਹੀ ਵੀਜ਼ਾ ਲੱਗ ਜੇ। ਤੇ ਇਹਨਾਂ ਕੋਲ ਵੀਜ਼ਾ ਪੂਰੇ 720 ਦਿਨ ਦਾ। ਸਾਡੇ ਨਾਲ ਨੇ ਰੀਤਿੰਦਰ ਸਿੰਘ ਭਿੰਡਰ, ਉਹਨਾਂ ਦੇ ਨਾਲ ਗੱਲਬਾਤ ਕਰਦੇ। ਭਿੰਡਰ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਸਵਾਗਤ ਜੀ। ਸਰ, ਜਿਹੜੀ ਪਾਕਿਸਤਾਨ ਦੀ ਤਾਂਘ ਆ, ਖਿੱਚ ਆ, ਵਜ੍ਹਾ ਕੀ ਆ ਕਿ ਚਾਹੇ ਉਧਰਲੀ ਸਰਕਾਰ ਚਾਹੇ ਆਪਣੀ ਸਰਕਾਰ ਆ, ਦੋਨਾਂ ਮੁਲਕਾਂ ਦੇ ਲੋਕਾਂ ਨੂੰ 1 ਦਿਨ 2 ਦਿਨ 7 ਦਿਨ ਵੱਧ ਤੋਂ ਵੱਧ ਵੀਜ਼ਾ ਦਿੰਦੇ ਨੇ। ਤੁਹਾਡੇ ਕੋਲ 720 ਦਿਨ ਦਾ। ਐਕਚੁਅਲੀ ਮੇਰਾ ਟਰੈਕ ਰਿਕਾਰਡ ਕਾਫੀ ਲੰਬਾ ਹੈ ਜੀ। ਮੇਰੇ ਟਰੈਕ ਰਿਕਾਰਡ ਜਿਹੜਾ ਹੈ ਇਹਦੇ ਵਿੱਚ ਤਾਂ ਤੁਹਾਨੂੰ ਪਤਾ ਹੈ ਕਿ ਗਵਰਨਮੈਂਟ ਜਿਹੜੀਆਂ ਨੇ ਏਜੰਸੀਜ਼ ਤੋਂ ਅਪਰੂਵਲ ਲੈਂਦੀਆਂ ਨੇ ਜੀ, ਤਾਂ ਜਾ ਕੇ ਵੀਜ਼ਾ ਮਿਲਦਾ ਹੈ। ਜੀ ਜੀ। ਕਿਉਂਕਿ ਮੈਂ ਜਥਿਆਂ 'ਚ ਵੀ ਗਿਆ ਜੀ ਅਤੇ ਬਿਨਾਂ ਜਥੇ ਤੋਂ ਵੀ ਗਿਆ ਵਾਂ। ਜੀ। ਵੀਜ਼ੇ ਦੀ ਮੈਨੂੰ ਪ੍ਰੋਬਲਮ ਕਦੀ ਆਈ ਨਹੀਂ। ਜੀ ਜੀ। ਕਿਉਂਕਿ ਜੈਨੂਅਨ ਜਿਹੜਾ ਬੰਦਾ ਹੈ, ਜਿਹਦਾ ਕੋਈ ਵੀ ਪੋਲੀਟੀਕਲ ਕੋਈ ਵੀ ਕੰਟਰੋਵਰਸ਼ੀਅਲ ਐਕਟੀਵਿਟੀ ਨਹੀਂ ਉੱਥੇ, ਉਸ ਨੂੰ ਵੀਜ਼ੇ ਦੀ ਨਾ ਨਹੀਂ ਕਰਦੇ। ਜੀ। ਔਰ ਕੁਛ ਰਿਲੇਸ਼ਨਸ ਪਾਕਿਸਤਾਨ 'ਚ ਬਜ਼ੁਰਗਾਂ ਦੇ ਰਹੇ ਨੇ, ਉਹ ਕਾਫੀ ਅੱਛੀਆਂ ਪੋਜੀਸ਼ਨਸ ਦੇ ਉੱਤੇ ਹਾਲੀ ਵੀ ਨੇ। ਕੁਝ ਉਹ ਸਿਫਾਰਿਸ਼ ਕਰ ਦਿੰਦੇ ਨੇ, ਕੁਝ ਐਮਬੈਸੀ ਵਾਲੇ ਵੀ ਥੋੜ੍ਹਾ ਲੀਨੀਅੰਟ ਨੇ ਪਾਕਿਸਤਾਨ ਐਮਬੈਸੀ ਦੇ ਵੀਜ਼ਾ ਦੇਣ ਦੇ ਵਿੱਚ, ਅਤੇ ਵੀਜ਼ਾ ਮਿਲ ਜਾਂਦਾ। ਤੁਹਾਡਾ ਪਰਿਵਾਰ ਮਤਲਬ ਉੱਥੋਂ ਦੇ ਰਹਿਣ ਵਾਲੇ, ਪਾਕਿਸਤਾਨ ਦੇ ਕਿਸ ਕੋਨੇ 'ਚੋਂ ਪਰਿਵਾਰ ਸੀ ਜੀ? ਡਿਸਟ੍ਰਿਕਟ ਗੁਜਰਾਂਵਾਲਾ, ਪਿੰਡ ਡਬੰਗ। ਤੇ ਸਾਰਾ ਪਰਿਵਾਰ ਉੱਥੇ ਹੀ ਕਿ ਕੋਈ ਪਰਿਵਾਰ ਦੇ ਲੋਕ ਰਹਿ ਵੀ ਗਏ ਸੀ ਕਿ ਆ ਗਏ ਸੀ ਸਾਰੇ ਇੱਥੇ? ਸਾਡੇ ਪਰਿਵਾਰ ਦੇ ਲੋਕ, ਸਾਡੀ ਬਰਾਦਰੀ ਉੱਥੇ ਹੈ ਜੀ, ਜਿਹੜੇ ਪੁਰਾਣੇ ਮੁਸਲਿਮ ਹੋਏ ਨੇ ਜੀ। ਮਗਰ ਸਾਡੇ ਪਰਿਵਾਰ 'ਚੋਂ ਕੋਈ ਉਸ ਵਕਤ ਮੁਸਲਮਾਨ ਨਹੀਂ ਹੋਇਆ ਜੀ, ਸਾਰੇ ਆ ਗਏ ਸੀ। ਤੇ ਤੁਸੀਂ ਕਿੰਨੀ ਕੁ ਵਾਰ ਜਾ ਚੁੱਕੇ ਹੁਣ ਆਪਣੇ ਪਿੰਡ ਜਾਂ ਪਾਕਿਸਤਾਨ ਨੂੰ ਜੀ? ਗਿਣਤੀ ਨਹੀਂ ਕੋਈ, ਆਖਰੀ ਕਈ ਵਾਰੀ ਜਾ ਚੁੱਕੇ ਆ। ਪਹਿਲੀ ਦਫਾ ਕਦੋਂ ਗਏ ਸੀ ਜੀ? ਪਹਿਲੀ ਦਫਾ 86 'ਚ ਗਿਆ ਸੀ। 86 ਤੋਂ ਲੈ ਕੇ ਹੁਣ ਤੱਕ ਜਾਂਦੇ? ਹਾਂ। ਤੇ ਆਪਣੇ ਤੇ ਦੋਨਾਂ ਮੁਲਕਾਂ 'ਚ ਕੜੱਤਣ ਵੀ ਸ਼ਾਇਦ ਸਾਰੀ ਜ਼ਿੰਦਗੀ ਕੜੱਤਣ ਰਹੇ ਵੀ ਹੋਗੇ, ਫਿਰ ਵੀ
ਤੁਸੀਂ ਦੱਸਿਆ ਕਿ ਉਸ ਵੇਲੇ ਵੀ ਗਏ ਅਸਲ ਜਦੋਂ ਗਲਵਾਨ ਵਾਲੀ ਘਾਟੀ ਵਿੱਚ ਤੇ- ਅਸਲ ਵਿੱਚ ਮੈਂ ਕੜੱਤਨ ਦੂਰ ਕਰਨ ਦੇ ਵਿੱਚ ਇੱਕ ਬ੍ਰਿਜ ਆ ਜੀ ਕਿ ਉਹ ਬਿਲਕੁਲ ਹੀ ਨਾ ਭੁੱਲ ਜਾਣ ਕਿ ਇੰਡੀਅਨ ਜਿਹੜੇ ਨੇ ਚੰਗੇ ਬੰਦੇ ਹੁੰਦੇ ਨੇ। ਜੀ ਉਹ ਕਿਧਰੇ 47 ਦੀ ਕਟਵਾਡੀ ਹਾਲੇ ਤੱਕ ਦਿਮਾਗ 'ਚ ਨਾ ਲਈ ਫਿਰਨ। ਜੀ ਤੇ ਮੈਂ ਤਕਰੀਬਨ ਉਹਨਾਂ ਦੇ ਹਰ ਵਿਆਹ ਸ਼ਾਦੀ ਫੰਕਸ਼ਨ ਤੇ ਜਾਨਾ ਮੇਰਾ ਮੈਸੇਜ ਜਿਹੜਾ ਹੈ ਉਹ ਸਭ ਜਗ੍ਹਾ ਇਹੀ ਹੈ ਕਿ ਇੰਡੀਅਨ ਬਹੁਤ ਚੰਗੇ ਨੇ। ਜੀ ਦੂਸਰਾ ਇਹ ਕਿ ਮੇਰੇ ਇਨਵੀਟੇਸ਼ਨ ਤੇ ਉੱਥੋਂ ਵੀ ਆਉਂਦੇ ਨੇ, ਬੜੇ ਬੜੇ ਸਕਾਲਰ ਵੀ ਆਉਂਦੇ ਨੇ, ਜੀ ਯੂਨੀਵਰਸਿਟੀ ਦੇ ਮਾਲਕ ਵੀ ਆਉਂਦੇ ਨੇ, ਪ੍ਰੋਫੈਸਰ ਵੀ ਆਉਂਦੇ ਨੇ, ਜਿਹੜੇ ਮੇਰੇ ਕੋਲ ਠਹਿਰਦੇ ਨੇ। ਉਹ ਮੈਸੇਜ ਜਿਹੜਾ ਉੱਥੇ ਦਿੰਦੇ ਨੇ ਜਾ ਕੇ, ਜੀ ਉਹ ਇਹ ਦਿੰਦੇ ਨੇ ਕਿ ਇੰਡੀਆ ਬਹੁਤ ਅੱਗੇ ਚਲਾ ਗਿਆ ਹੈ। ਜੀ ਔਰ ਖ਼ਾਸ ਤੌਰ ਤੇ ਇਹ ਪੰਜਾਬ ਨੂੰ ਵੇਖ ਕੇ, ਹਰਿਆਣੇ ਨੂੰ ਵੇਖ ਕੇ ਉਹ ਬਹੁਤ ਜ਼ਿਆਦਾ ਹੈਰਾਨ ਹੁੰਦੇ ਨੇ। ਜੀ ਉਹ ਇੱਥੋਂ ਦੀ ਖੇਤੀ ਵੇਖ ਕੇ, ਇਨਫਰਾਸਟ੍ਰਕਚਰ ਵੇਖ ਕੇ, ਸਾਡੀ ਗ੍ਰੀਨਰੀ ਵੇਖ ਕੇ, ਰੋਡਸ ਦੇਖ ਕੇ ਉਹ ਕੁਝ ਸ਼ਰਮ ਮਹਿਸੂਸ ਕਰਦੇ ਨੇ ਕਿ ਅਸੀਂ ਕਿੱਥੇ ਆ ਤੇ ਇਹ ਕਿੱਥੇ ਨਿਕਲ ਗਏ ਦੇ ਅੱਗੇ। ਤੇ ਉੱਥੇ ਹਜੇ ਵੀ ਤੁਸੀਂ ਜਿਹੜੇ ਆਪਣੇ ਪਿੰਡ ਜਾਂਦੇ ਜੇ ਗੁਜਰਾਂ ਵਾਲੇ, ਤੇ ਉੱਥੇ ਜਿਹੜਾ ਤੁਹਾਡਾ ਘਰ ਸੀ ਉਹਦੀ ਤੁਹਾਡੇ ਉਦੋਂ ਵੇਚ ਆਏ ਸੀਗੇ ਜਾਂ ਉੱਥੇ ਜੇ ਤਾਂ ਇੱਧਰ ਕਬਜ਼ੇ ਹੋ ਗਏ ਉੱਧਰ ਵੀ ਕਬਜ਼ੇ ਹੋ ਗਏ ਸੀ? ਨਹੀਂ, ਵਿੱਚ ਨਹੀਂ, ਕੁਛ ਤੇ ਘਰ ਨੇ ਉੱਥੇ ਜਿਹੜੇ ਕਿ ਉਹਨਾਂ ਮੱਲ ਲਏ, ਜਿਹੜੇ ਰਿਫਿਊਜੀਜ਼ ਇੱਥੋਂ ਗਏ ਨੇ। ਜੀ ਜੀ ਉਹਨਾਂ ਮੱਲ ਲਏ। ਕੁਛ ਇਹੋ ਜਿਹੇ ਵੱਡੇ ਘਰ ਸਨ ਜਿਹੜੇ ਕਿ ਉਹ ਇੱਕ ਫੈਮਿਲੀ ਨੂੰ ਅਲਾਟ ਨਹੀਂ ਸਨ ਹੋ ਸਕਦੇ। ਜੀ ਉਹ ਇੱਕ ਫੈਮਿਲੀ ਦੇ ਨਾ ਅਲਾਟ ਹੋਣ ਕਰਕੇ ਉਹ ਗਵਰਨਮੈਂਟ ਕੋਲ ਹੀ ਨੇ, ਵਕਫ ਬੋਰਡ ਉੱਧਰ ਦਾ ਹਾਂ, ਵਕਫ ਬੋਰਡ ਦੇ ਅੰਡਰ। ਉਹਦੀ ਮੇਨਟੇਨੈਂਸ ਵੀ ਨਹੀਂ, ਮਗਰ ਉਹ ਅਗਰ ਉਹ ਮੇਨਟੇਨ ਕਰਦੇ ਇਹਨਾਂ ਹਵੇਲੀਆਂ ਨੂੰ, ਘਰਾਂ ਨੂੰ, ਤੇ ਲਾਈਕ ਰਾਜਸਥਾਨ ਜਿਵੇਂ ਹੈਰੀਟੇਜ ਬਿਲਡਿੰਗ ਡਿਕਲੇਅਰ ਕਰਕੇ ਤੇ ਉੱਥੋਂ ਜਿੰਨੀ ਮਰਜ਼ੀ ਆਮਦਨ ਕਮਾਈ ਕਰ ਲੈਂਦੇ। ਜੇ ਅੰਦਾਜ਼ਾ ਲਾਉਣਾ ਹੋਵੇ ਕਿੱਡੀ ਕੀ ਹਵੇਲੀ ਤੁਹਾਡੀ ਕੀ? ਇਹ ਕੋਈ 4 ਏਕੜ ਦੇ ਵਿੱਚ। 4 ਕਿਲੋ ਤੇ ਕਾਫੀ ਆਪਣੇ ਬਾਕੀ ਹੁਣ ਜਦੋਂ ਤੁਸੀਂ ਉੱਥੇ ਜਾਂਦੇ ਹੈਗੇ ਜੇ, ਜਾਂ ਜਿਹੜੇ ਉਸ ਸਮੇਂ ਤੁਹਾਡੇ ਨਾਲ ਜਿਹੜੇ ਮੁਸਲਮਾਨ ਭਰਾ ਕੰਮ ਕਰਦੇ ਸੀ ਤੁਹਾਡੇ ਬਜ਼ੁਰਗਾਂ ਦੇ ਨਾਲ, ਉਹਨਾਂ ਦਾ ਗਾਂ ਟੱਬਰ ਦੇ ਟੱਬਰ ਚ ਮਿਲਣ ਜੁਲਣ ਲੱਗਾ ਤੁਹਾਡਾ? ਬਿਲਕੁਲ, ਉਹ ਹੈ ਨੇ। ਉਹ ਵੀ ਕਦੀ ਆਏ ਇੱਧਰ ਜੀ? ਨਹੀਂ, ਉਹ ਨਹੀਂ ਆਏ। ਉਹ ਨਹੀਂ ਆਏ। ਉਹ ਵੀਜ਼ਾ ਵੂਜ਼ਾ ਨਾ ਮਿਲਣ ਕਰਕੇ ਨਹੀਂ ਆਏ। ਮਗਰ ਮੈਂ ਜਦੋਂ ਜਾਂਦਾ ਉੱਥੇ ਜ਼ਰੂਰ ਜਾਂਦਾ, ਉਹਨਾਂ ਨੂੰ ਪਿਆਰ ਪਿਊਰ ਬੱਚਿਆਂ ਨੂੰ ਜਾਂ ਕੁਝ ਉਹਨਾਂ ਦੇ ਅੰਡੇ ਉਹਨਾਂ। ਕਿੰਨਾ ਕਿ ਵਿਆਹ ਦੇਖ ਲਏ ਜੀ ਉੱਥੇ ਪਾਕਿਸਤਾਨ ਦੇ? ਵਿਆਹ ਤੇ ਬਹੁਤ ਵੇਖ ਲਏ ਨੇ। ਕਿਸੇ ਨਾ ਕਿਸੇ ਦਾ ਸਾਡੇ ਗੁਜਰਾਂ ਵਾਲੇ ਆ ਜਾਂਦੀ ਸ਼ਾਦੀ, ਲਾਹੌਰ ਆ ਜਾਂਦੀ ਸ਼ਾਦੀ, ਸਾਹੀਵਾਲ ਸ਼ਾਦੀ ਆ ਜਾਂਦੀ ਹੈ, ਉੱਥੇ ਜਾ ਕੇ ਆਉਣਾ। ਮਤਲਬ ਮੈਂ ਤੁਹਾਨੂੰ ਪ੍ਰੀਸਾਈਸਿਵਲੀ ਇਹ ਦੱਸਣਾ ਵੀ ਹਾਲੇ ਵੀ ਕੋਸ਼ਿਸ਼ ਕਰਨੇ ਆ ਵੀ ਕਿਸੇ ਨਾ ਕਿਸੇ ਜ਼ਰੀਏ ਵਿਚਰ ਕੇ ਉਹਨਾਂ ਦੇ ਵਿੱਚ ਅਸੀਂ ਆਪਣਾ ਇੰਪ੍ਰੈਸ਼ਨ ਦਈਏ ਕਿ ਇੰਡੀਆ ਦੇ ਲੋਕ ਬਹੁਤ ਚੰਗੇ ਨੇ, ਤੇ ਅਗਰ ਤੁਸੀਂ ਇੰਡੀਆ ਦੇ ਨਾਲ ਠੀਕ ਰਿਲੇਸ਼ਨ ਰੱਖਦੇ ਹੋ ਤਾਂ ਤੁਹਾਨੂੰ ਫਾਇਦਾ ਹੀ ਫਾਇਦਾ ਹੈ। ਇਹਨਾਂ ਦੇ ਲੋਕੀ ਲੁਧਿਆਣੇ ਤੋਂ ਜਲੰਧਰ ਨਹੀਂ ਜਾਂਦੇ ਹੋਣੇ ਜਿੰਨਾ ਤੁਸੀਂ ਲੁਧਿਆਣੇ ਤੋਂ ਲਾਹੌਰ ਆਉਂਦੇ? ਨਹੀਂ, ਉਹ ਇਹ ਵੇ ਕਿ ਇੱਕ ਇਹ ਨਹੀਂ ਜ਼ਰੂਰੀ ਕਿ ਮੇਰੇ ਕੋਲ ਟਾਈਮ ਵਾਧੂ ਹੋਏ। ਉਹ ਇਹ ਵੀ ਨਾਲ ਇਹਦੇ ਪਿੱਛੇ ਇੱਕ ਕਾਜ਼ ਜਿਹੜਾ ਮੈਂ ਤੁਹਾਨੂੰ ਦੱਸਿਆ ਹੈ ਕਿ ਇਹਨਾਂ ਦੇ ਵਿੱਚ ਲਿੰਕ ਬਣਿਆ ਰਵੇ ਇੱਕ ਬੰਦਾ ਜੀ, ਤਾਂ ਕਿ ਕਿਉਂਕਿ ਜਿੱਥੇ ਵੀ ਜਾਂਦੇ ਨੇ ਲੋਕ ਉਹ ਕਨਫਾਈਨਡ ਹੁੰਦੇ ਨੇ ਗੁਰਦੁਆਰੇ ਦੇ ਅੰਦਰ। ਜੀ ਜੀ, ਉਸ ਤੋਂ ਬਾਹਰ ਨਹੀਂ ਜਾ ਸਕਦੇ, ਉਸ ਏਰੀਏ 'ਚੋਂ ਬਾਹਰ ਨਹੀਂ ਜਾ ਸਕਦੇ, ਪਾਬੰਦੀਆਂ ਹੁੰਦੀਆਂ ਨੇ। ਜੀ ਜੀ, ਕਿ ਮੇਰੇ ਕੋਲ ਤਾਂ ਵੀਜ਼ਾ ਓਪਨ ਹੁੰਦਾ ਹੈ। ਮੈਂ ਨਨਕਾਣਾ ਸਾਹਿਬ ਜਾਣਾ, ਪੰਜਾ ਸਾਹਿਬ ਜਾਵਾਂ, ਡੇਰਾ ਸਾਹਿਬ ਜਾਵਾਂ, ਤੇ ਮੈਂ ਤਾਂ ਓਪਨ ਵੀਜ਼ਾ ਕਰਕੇ ਜਦੋਂ ਮਰਜ਼ੀ ਮੱਥਾ ਟੇਕ ਲਾਂ ਜੀ। ਤੇ ਉਹ ਪਾਸਪੋਰਟ ਐਂਟਰ ਜ਼ਰੂਰ ਕਰਦੇ ਨੇ ਉੱਥੇ, ਬਾਕੀ ਕੁਝ ਨਹੀਂ। ਤੇ ਜਦੋਂ ਦੋਨੇ ਮੰਨ ਲਓ ਕਿ ਜਦੋਂ ਇੱਧਰ ਇਲਜ਼ਾਮ ਲੱਗ ਜਾਂਦੇ ਨੇ ਸਾਡੇ ਸੈਨਿਕ ਸ਼ਹੀਦ ਹੋ ਜਾਂਦੇ, ਨਾਮ ਉੱਧਰ ਲੱਗਦਾ ਹੈਗਾ ਕਾਹਦਾ? ਮਤਲਬ ਪਿੱਛੇ ਜਿੱਦਾਂ ਗਲਵਾਨ ਘਾਟੀ ਵਾਲਾ ਬਹੁਤ ਮਸਲਾ ਹੋ ਗਿਆ, ਉਦੋਂ ਵੀ ਇੰਨੀ ਕੜੱਤਨ ਸੀ, ਉਦੋਂ ਵੀ ਤੁਸੀਂ ਚਲ ਗਏ ਜੀ?
ਹਾਂ ਰੀਸੈਂਟਲੀ ਮੈਂ ਗਿਆ ਤਾਂ ਗੁਲਵਾਨ ਦਾ ਹੁੰਦਾ ਰਿਹਾ। ਐਕਚੁਅਲੀ ਪਾਕਿਸਤਾਨ ਵਾਲੇ ਨਾ ਇਹਨਾਂ ਚੀਜ਼ਾਂ 'ਚ ਨਹੀਂ ਪੈਂਦੇ, ਕੁੜੱਤਣ ਵੀ ਕੋਈ ਨਹੀਂ ਉਹਨਾਂ ਨੂੰ। ਪਾਕਿਸਤਾਨ ਵਾਲਿਆਂ ਨੂੰ ਕੋਈ ਕੁੜੱਤਣ ਨਹੀਂ, ਨਾ ਉਹਨਾਂ ਨੂੰ ਕਸ਼ਮੀਰ ਦੇ ਨਾਲ ਕੋਈ ਲੈਣਾ ਦੇਣਾ, ਨਾ ਉਹ ਡਿਸਕਸ ਕਰਦੇ ਨੇ। ਉਹ ਬਸ ਆਪਣਾ ਭਾਈਚਾਰਾ, ਆਪਣਾ ਜ਼ਿਮੀਂਦਾਰਾ, ਆਪਣਾ ਖੇਤੀ ਕਿਸਾਨ ਇਹ ਡਿਸਕਸ ਕਰਦੇ ਨੇ, ਕਿਉਂਕਿ ਉਹਨਾਂ ਦੀਆਂ ਆਪਣੀਆਂ ਪ੍ਰੋਬਲਮ ਇੰਨੀਆਂ ਵੱਧ ਚੁੱਕੀਆਂ ਨੇ। ਦੇਖੋ ਮੈਂ ਤਾਂ ਤੁਹਾਨੂੰ ਇੱਕ ਸ਼ਾਰਟ ਦੇ ਵਿੱਚ ਦੱਸਣਾ ਕਿ ਅਸੀਂ ਤਾਂ ਉੱਧਰੋਂ ਉੱਜੜ ਕੇ ਆਏ, ਸਭ ਕੁਝ ਗਵਾ ਕੇ ਆਏ, ਸਭ ਕੁਝ ਉੱਥੇ ਰਹਿ ਗਿਆ। ਉਹ ਹੁਣ ਮੈਂ ਜਦੋਂ ਜਾਂਦਾ ਤਾਂ ਉਸੇ ਬਰਾਦਰੀਆਂ ਨੂੰ ਵੇਖਣਾ, ਮਿਲਣਾ ਵਾ, ਪਿੰਡਾਂ 'ਚ ਜਾਣਾ, ਜਿਨ੍ਹਾਂ ਨੇ ਲੁੱਟਾਂ ਮਾਰੀਆਂ ਕੀਤੀਆਂ ਜਾਂ ਜਿਨ੍ਹਾਂ ਨੇ ਉਜਾੜਿਆ। ਉਹ ਮੈਂ ਉਹਨਾਂ ਨੂੰ ਕਹਿੰਦਾ ਯਾਰ ਅਸੀਂ ਤਾਂ ਉੱਜੜ ਕੇ ਫਿਰ ਵਸ ਗਏ, ਤੁਸੀਂ ਇੱਥੇ ਹੀ ਉੱਜੜ ਗਏ ਹੋ। ਨਾ ਤੁਹਾਡੇ ਕੋਲ ਫਾਰਮਿੰਗ ਠੀਕ ਹੋ ਰਹੀ ਹੈ, ਨਾ ਤੁਹਾਡੇ ਕੋਲ ਘਰਾਂ ਦਾ ਕੁਆਲਿਟੀ ਆਫ ਲਾਈਫ ਹੈ, ਨਾ ਸਟੈਂਡਰਡ ਆਫ ਲਿਵਿੰਗ ਹੈ ਤੁਹਾਡਾ, ਅਤੇ ਇਹਦੇ 'ਚ ਕੀ ਦੱਸੋ। ਫਿਰ ਉਹੀ ਫਰਕ ਆਇਆ ਨਾ ਕਿ ਜਿਹੜਾ ਸਿੱਖ ਹੈ ਉਹ ਮਿਹਨਤੀ ਕੌਮ ਹੈ। ਹਾਲੇ ਵੀ ਉਨੀ ਪਿੰਡ ਦੇ ਵਿੱਚ ਤੁਹਾਡੇ ਉੱਥੇ ਗਰੀਬੀ ਹੈਗੀ ਜੀ, ਰਹਿਣ ਸਹਿਣ, ਪੜ੍ਹਨ ਲਿਖਣ? ਨਹੀਂ, ਸਾਡਾ ਮੁਕਾਬਲਾ ਤਾਂ ਕੋਈ ਨਹੀਂ ਕਰ ਸਕਦੇ, ਜਿਹੜੇ ਰਿਫਿਊਜੀਜ਼ ਅਸੀਂ ਹਾਂ। ਮਗਰ ਜਿਹੜੇ ਇੱਥੋਂ ਗਏ ਨੇ ਪਾਕਿਸਤਾਨੋਂ, ਉਹ ਨਹੀਂ ਕੋਈ ਅੱਗੇ ਵੱਧ ਸਕੇ। ਸਾਡੇ ਲੋਕ ਤਾਂ ਬਹੁਤ ਵੱਧ ਗਏ ਅੱਗੇ, ਇੰਡਸਟਰੀ ਦੇ ਵਿੱਚ ਵੀ ਚਲੇ ਗਏ, ਫਾਰਮਿੰਗ 'ਚ ਵੀ ਚਲੇ ਗਏ। ਮਗਰ ਗਰੀਬੀ ਤਾਂ ਨਹੀਂ ਕਹਿ ਸਕਦਾ, ਰੋਟੀ ਖਾਣ ਨੂੰ ਤਾਂ ਉਹਨਾਂ ਕੋਲ ਹੈ, ਪਰ ਐਜ਼ ਕੰਪੇਅਰ ਟੂ ਆਰ ਪੰਜਾਬ ਐਂਡ ਆਰ ਪੀਪਲ ਦੇ ਆਰ ਮਚ ਬਿਹਾਈਂਡ। ਤੇ ਬਜ਼ੁਰਗਾਂ ਦੇ ਜਿਹੜੇ ਉਸ ਸਮੇਂ ਨਾਲ ਪੜ੍ਹਦੇ ਰਹੇ ਨੇ ਜਾਂ ਆਂਢੀ ਗਵਾਂਢੀ, ਉਹ ਵੀ ਮਿਲਦੇ ਹੈਗੇ? ਹਾਂ, ਮੈਂ ਦੱਸਣਾ, ਉੱਥੋਂ ਦੀ ਇੱਕ ਸਾਡੀ ਬਰਾਦਰੀ ਦੀ ਫੈਮਿਲੀ ਹੈ, ਪਿੰਡਰ ਫੈਮਿਲੀ। ਉਹਨਾਂ ਦੇ 4 ਭਰਾ ਸਨ। ਇੱਕ ਭਰਾ ਸਪੀਕਰ ਪਾਰਲੀਮੈਂਟ ਸੀ, ਪਾਕਿਸਤਾਨ ਦੇ ਰਹੇ ਨੇ ਜੀ। ਇੱਕ ਭਰਾ ਮੇਰੇ ਫਾਦਰ ਨਾਲ ਪੜ੍ਹਦੇ ਰਹੇ ਨੇ, ਉਹ ਵੀ ਸੈਕਟਰੀ ਰੈਂਕ 'ਚ ਰਿਟਾਇਰ ਹੋਏ ਨੇ। ਉਹਨਾਂ ਦੇ ਅੱਗੋਂ ਫਾਦਰ ਜਿਹੜੇ ਸਨ ਚੌਧਰੀ ਮੁਹੰਮਦ ਹੁਸੈਨ ਪਿੰਡਰ ਜੀ, ਉਹ ਉਹਨਾਂ ਜ਼ਮਾਨਿਆਂ ਦੇ ਵਿੱਚ ਯੂਨੀਅਨਲਿਸਟ ਪਾਰਟੀ ਦੇ ਪ੍ਰੈਜ਼ੀਡੈਂਟ ਸਨ ਅਤੇ ਆਲ ਇੰਡੀਆ ਕਿਸਾਨ ਦੇ ਯੂਨੀਅਨ ਦੇ ਵੀ ਪ੍ਰੈਜ਼ੀਡੈਂਟ ਸਨ ਜੀ, ਆਲ ਇੰਡੀਆ ਕਿਸਾਨ, ਔਰ MLA ਵੀ ਸਨ ਜੀ। ਔਰ ਉਹ ਫੈਮਿਲੀ ਦਾ ਰੁਤਬਾ ਰਿਹਾ, ਔਰ ਉਹ ਫੈਮਿਲੀ ਸਾਡੇ ਵਿਆਹਾਂ ਸ਼ਾਦੀਆਂ 'ਤੇ ਆਉਂਦੀ ਰਹੀ ਹੈ ਇੱਥੇ ਲੁਧਿਆਣੇ ਆਉਂਦੇ ਇੰਡੀਆ ਆਉਂਦੀ ਰਹੀ। ਅੱਛਾ, ਜਦੋਂ ਤੁਸੀਂ ਜਾਂਦੇ ਪਾਕਿਸਤਾਨ ਐਮਬੈਸੀ ਜਾਂ ਆਪਣੀ ਐਮਬੈਸੀ, ਤੁਹਾਡੇ ਕੋਲ ਰਿਕਾਰਡ ਪਾਉਂਦੇ, ਕਹਿੰਦੇ ਨੇ ਆ ਗਏ ਨੇ ਭਿੰਡਰ ਸਾਹਿਬ, ਲਾ ਦਿਓ ਵੀਜ਼ਾ? ਨਹੀਂ, ਐ ਨਹੀਂ ਹੁੰਦਾ ਆ ਗਏ ਨੇ ਵੀਜ਼ਾ। ਉਹਨਾਂ ਦੀ ਬਕਾਇਦਾ, ਉਹਨਾਂ ਦੀ ਬੜੀ ਛਾਨਬੀਨ ਹੁੰਦੀ ਹੈ ਵੀਜ਼ਾ ਜਿਹਨੂੰ ਦਿੰਦੇ ਨੇ। ਵੀਜ਼ਾ ਅਸਲ ਵਿੱਚ ਓਕੇ ਹੁੰਦਾ ਇਸਲਾਮਾਬਾਦ ਤੋਂ ਜੀ, ਮਿਨਿਸਟਰੀ ਆਫ ਹੋਮ ਅਫੇਅਰ ਤੋਂ। ਇਹ ਰਿਕਮੈਂਡ ਕਰਦੇ ਨੇ, ਮਗਰ ਉਹ ਉੱਥੇ ਉਹਨਾਂ ਦਾ ਜਿਹੜਾ ਰਿਕਾਰਡ ਹੈ ਉਹ ਚੈੱਕ ਹੁੰਦਾ ਹੈ ਕਿ ਇਹਦਾ ਐਪਲੀਕੈਂਟ ਦਾ ਕੋਈ ਟਰੈਕ ਰਿਕਾਰਡ ਖਰਾਬ ਤਾਂ ਨਹੀਂ, ਜਾਂ ਕੋਈ ਕਿਸੇ ਇਨਵੋਲਵ ਤਾਂ ਨਹੀਂ ਕਿਸੇ ਮਤਲਬ ਗਲਤ ਐਕਟੀਵਿਟੀਜ਼ ਦੇ ਵਿੱਚ। ਤੇ ਉਧਰ ਵੀ ਆ ਕੇ ਤੁਹਾਡੇ ਇੱਥੇ ਠਹਿਰ ਜਾਂਦੇ ਹੈਗੇ ਨੇ ਦੋਸਤ ਮਿੱਤਰ? ਹਾਂ, ਵੀਜ਼ਾ ਲੈ ਕੇ ਆਉਂਦੇ ਨੇ, ਠਹਿਰਦੇ ਨੇ। ਕਿੰਨਾ ਕੀ ਪਾਕਿਸਤਾਨ ਘੁੰਮ ਲਿਆ ਜੀ? ਕਿੰਨਾ ਕੀ ਗੁਜਰਾਂਵਾਲਾ, ਕਿੰਨਾ ਕੀ ਲਾਹੌਰ ਜੀ? ਨਹੀਂ, ਲਾਹੌਰ ਤਾਂ ਖਰ ਵਾਰ-ਵਾਰੀ ਲਾਹੌਰ ਹੀ ਹੈੱਡਕੁਆਟਰ ਹੁੰਦਾ ਹੈ, ਫਿਰ ਗੁਜਰਾਂਵਾਲਾ, ਸਾਹੀਵਾਲ, ਇਸਲਾਮਾਬਾਦ, ਪੰਜਾ ਸਾਹਿਬ, ਸਰਗੋਦਾ, ਲਾਇਲਪੁਰ, ਫੈਸਲਾਬਾਦ ਜਿਹਨੂੰ ਕਹਿੰਦੇ ਨੇ। ਬਸ ਅੱਧੇ ਕੀ ਪਾਕਿਸਤਾਨ ਦਾ ਵੀਜ਼ਾ ਹੈਗਾ ਤੁਹਾਡੇ ਕੋਲ? ਹਾਂ। ਤੇ ਉੱਥੇ ਗਾਂ ਬੱਚਿਆਂ ਦੀ ਵੀ ਹਜੇ ਉੱਦਾਂ ਜਿਹੜੇ ਰਹਿ ਗਏ, ਤੁਹਾਡਾ ਬਰਾਦਰੀ ਰਹਿ ਗਈ ਪਈ, ਉਹ ਬੱਚਿਆਂ ਦੀ ਤਾਲੀਮ ਵਗੈਰਾ ਉਸ ਤਰ੍ਹਾਂ ਦੀ? ਉਹਨਾਂ ਦੀ ਨਹੀਂ, ਉਹ ਜਿਹੜੇ ਤੇ ਅੱਗੇ ਨਿਕਲ ਗਏ, ਜਿਹੜੇ ਮੈਂ ਤੁਹਾਨੂੰ ਦੱਸੇ ਨੇ 2-3 ਜਿਹੜੇ ਪਰਿਵਾਰ ਅੱਗੇ ਨਿਕਲ ਗਏ, ਉਹਨਾਂ ਦਾ ਹੀ ਹੈ। ਬਾਕੀ ਬੈਕਵਰਡ ਹੀ ਨੇ, ਕਿਉਂਕਿ ਸਿੱਖ ਜਿਹੜੇ ਨਾ, ਤੁਸੀਂ ਵੇਖੋਗੇ, ਤੁਸੀਂ YouTube 'ਚ ਵੇਖਦੇ ਹੋਣੇ ਹੋ, ਪ੍ਰੋਗਰਾਮ ਇਹਨਾਂ ਦੇ ਚੱਲਦੇ ਰਹਿੰਦੇ ਨੇ, ਪੰਜਾਬੀ ਲਹਿਰ ਦੇ। ਜਿਸ ਤਰ੍ਹਾਂ ਤੁਸੀਂ ਵੇਖੋਗੇ ਕਿ ਉਹ ਤੁਹਾਨੂੰ ਹਿੰਦੂ ਤੇ ਸਿੱਖਾਂ ਦੀਆਂ ਹਵੇਲੀਆਂ ਦਿਖਾਉਣਗੇ, ਕਿਉਂਕਿ ਉਦੋਂ ਪ੍ਰਾਪਰਟੀ ਵੀ ਸਾਰੀ ਹਿੰਦੂ ਸਿੱਖਾਂ ਕੋਲ ਸੀ।
ਤੇ ਘਰ ਪੱਕੇ ਵੀ ਹਿੰਦੂ ਸਿੱਖਾਂ ਦੇ ਸਨ। ਮੁਸਲਮਾਨਾਂ ਦੀ ਉੱਥੇ ਹਾਲਾਤ ਇੰਨੇ ਚੰਗੇ ਨਹੀਂ ਸਨ, ਐਕਸੈਪਟ ਕਿ ਕੁਛ ਜਿਹੜੇ ਵੱਡੇ ਬੰਦੇ ਸਨ, ਉਹ ਬਹੁਤ ਹੀ ਵੱਡੇ ਸਨ ਜੀ, ਉਹ ਹਜ਼ਾਰਾਂ ਏਕੜ ਦੇ ਮਾਲਕ ਸਨ। ਮਤਲਬ ਜਾਂ ਉੱਥੇ ਬਹੁਤ ਅਮੀਰ ਨੇ ਜਾਂ ਬਹੁਤ ਗਰੀਬ ਨੇ? ਬਹੁਤ ਗਰੀਬ ਤਾਂ ਨਹੀਂ ਕਹਿ ਸਕਦੇ ਕਿ ਗੁਜ਼ਾਰਾ ਹੈ ਉਹਨਾਂ ਦਾ, ਮਗਰ ਜ਼ਮੀਨਾਂ ਸਾਡੇ ਨਾਲੋਂ ਫਿਰ ਵੀ ਜ਼ਿਆਦਾ ਨੇ ਉਹਨਾਂ ਕੋਲ। ਜੀ, ਜਿਹੜੇ ਮਿਡਲ ਕਲਾਸ ਹੈ, ਮਿਡਲ ਕਲਾਸ ਕੋਲ ਵੀ ਜ਼ਮੀਨ 50 ਏਕੜ 40 ਏਕੜ ਤੋਂ ਘੱਟ ਕੋਈ ਨਹੀਂ। ਉਹ ਐਕਚੁਅਲੀ ਉਹ ਕਿੱਲਿਆਂ 'ਚ ਗੱਲ ਨਹੀਂ ਕਰਦੇ, ਅੱਛਾ, ਉਹ ਮੁਰੱਬਿਆਂ 'ਚ ਹੀ ਕਰਦੇ ਨੇ, ਭਾਵੇਂ 25 ਕਿੱਲਿਆਂ ਦਾ ਇੱਕ ਮੁਰੱਬਾ ਹੀ, 25 ਕਿੱਲੇ। ਹਾਂ, ਤੇ ਇਸ ਵਾਸਤੇ ਇਹ ਵੀ ਕਿ ਹੁਣ ਸਾਡੇ ਬਿਜਲੀ ਮੋਟਰਾਂ ਨੂੰ ਫ੍ਰੀ ਹੈ ਜੀ, ਐਗਰੀਕਲਚਰ ਸਾਡੀ ਬਿਜਲੀ ਫ੍ਰੀ ਹੈ ਜੀ। ਸਾਡੀ ਬਿਜਲੀ ਫ੍ਰੀ ਹੋਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਇਆ ਹੈ ਕਿ ਰਫੂਜੀ ਸਿੱਖਾਂ ਨੂੰ ਜਾਂ ਲੋਕਲ ਸਿੱਖਾਂ ਨੂੰ ਜ਼ਿਆਦਾ ਬਰਡਨ ਨਾ ਪੈਣ ਕਰਕੇ ਬਿਜਲੀ ਦੇ ਬਿੱਲਾਂ ਦਾ, ਇਹ ਮੈਕਸੀਮਮ ਆਪਣੇ ਟਿੱਬੇ ਟੁੱਬੇ ਠੀਕ ਕਰ ਗਏ ਨੇ ਸਾਰੇ ਪੰਜਾਬ ਦੇ। ਜੀ ਜੀ। ਔਰ ਇਸ ਵਕਤ ਪੰਜਾਬ ਦਾ ਇੱਕ ਇਸ ਤਰੀਕੇ ਦੀ ਲੈਂਡ ਹੋ ਚੁੱਕੀ ਹੈ ਕਿ ਜਿਹੜੀ ਬਿਲਕੁਲ ਹੀ ਇੱਕ ਪਲੇਟ ਵਾਂਗੂ ਹੈ, ਕੋਈ ਉੱਚਾ ਨਹੀਂ ਕੋਈ ਨੀਵਾਂ ਨਹੀਂ। ਔਰ ਐਗਰੀਕਲਚਰ ਫੈਸਿਲਿਟੀਜ਼ ਬਹੁਤ ਜ਼ਿਆਦਾ ਹੋਣ ਕਰਕੇ ਪੰਜਾਬ ਸਾਡਾ ਬਹੁਤ ਅੱਗੇ ਹੈ। ਤੇ ਬਜ਼ੁਰਗ ਵੀ ਜਾਂਦੇ ਰਹੇ ਜੀ ਉੱਥੇ ਬਾਅਦ ਚ ਇੱਥੋਂ ਆ ਕੇ? ਜੀ ਹੈ ਜੀ, ਬਜ਼ੁਰਗ ਵੀ ਤੁਹਾਡੇ ਜਾਂਦੇ ਰਹੇ ਨੇ ਉੱਥੇ ਬਾਅਦ ਚ? ਨਹੀਂ, ਉਹ ਇੱਕ ਦੋ ਕੁ ਵਾਰੀ ਗਏ ਨੇ। ਤੁਸੀਂ ਵਾਰ-ਵਾਰ ਕਿਉਂ ਇੱਕ ਬਸ ਇਸ ਵਾਰ ਛੱਡ ਰਹਿਣ ਦੋ, ਕੀ ਜਾਣਾ ਹੈਗਾ, ਬਹੁਤ ਵਾਰ ਹੋਇਆ? ਨਹੀਂ, ਇਸ ਤਰ੍ਹਾਂ ਕਿ ਬਜ਼ੁਰਗਾਂ ਦੇ ਰਿਲੇਸ਼ਨ ਜਿਹੜੇ ਨੇ ਉਹ ਚੱਲੀ ਆ ਰਹੇ ਨੇ, ਬਰਾਦਰੀਆਂ ਚੱਲੀ ਆ ਰਹੀਆਂ ਨੇ। ਜੀ ਜੀ। ਉਹ ਫਿਰ ਵਿਆਹਾਂ ਸ਼ਾਦੀਆਂ ਦੇ ਵਿੱਚ ਬੁਲਾ ਲੈਂਦੇ ਨੇ। ਉਸ ਤਰ੍ਹਾਂ ਦੇ ਜਾਣ ਦਾ ਕੋਈ ਆਈਡੀਆ ਨਹੀਂ, ਕਿਸੇ ਨਾ ਕਿਸੇ ਬਹਾਨੇ ਹੀ ਜਾਇਆ ਜਾ ਸਕਦਾ ਹੈ। ਕਿਤੇ ਬੰਦਾ ਬਹਾਨਾ ਵੀ ਮਾਰ ਦਿੰਦਾ, ਇਸ ਵਾਰ ਨਹੀਂ ਮੈਂ ਆ ਸਕਦਾ ਜੀ। ਹਾਂ, ਬੇਸ਼ੱਕ ਨਹੀਂ, ਖੈਰ ਮੈਂ ਬਹਾਨਾ ਤਾਂ ਨਹੀਂ ਮਾਰਿਆ, ਮਗਰ ਮੇਰੇ ਕੋ ਭਾਵੇਂ ਮਲਟੀਪਲ ਵੀਜ਼ਾ, ਮੈਂ ਇੱਕੋ ਵਾਰੀ ਗਿਆ ਮਲਟੀਪਲ ਵੀਜ਼ੇ ਤੇ। ਤੁਹਾਨੂੰ ਸਕੂਨ ਮਿਲਦਾ ਕਿ ਜਾਂ ਇੱਕ ਬਸ ਵੀ ਅਹਿਸਾਸ ਕਰਵਾਉਣਾ ਹੈਗਾ ਕਿ ਅਸੀਂ ਉਜੜ ਗਏ ਵੀ ਵਸ ਗਏ ਹੈਗੇ? ਅਸੀਂ ਇਹ ਅਹਿਸਾਸ ਕਰਾਉਣਾ ਹੁੰਦਾ ਹੈ ਕਿ ਜਦੋਂ ਅਸੀਂ ਚੰਗੇ ਡਰੈਸਅਪ ਹੋ ਕੇ ਜਾਂਦੇ ਹਾਂ ਤੇ ਉੱਥੇ ਚੰਗੇ ਬੰਦਿਆਂ 'ਚ ਬਹਿੰਦੇ ਉੱਠਦੇ ਆ, ਮਗਰ ਇਹ ਅਹਿਸਾਸ ਉਹਨਾਂ ਨੂੰ ਜ਼ਰੂਰ ਕਰਵਾਉਣਾ ਹੁੰਦਾ ਹੈ ਐਜ਼ ਏ ਮੈਂ ਤਾਂ ਐਜ਼ ਏ ਰਿਪਰੈਜ਼ੈਂਟੇਟਿਵ ਆਫ ਦ ਕਮਿਊਨਿਟੀ ਜੀ ਜੀ ਹੁੰਨਾ ਉੱਥੇ। ਤੇ ਉਹਨਾਂ ਨੂੰ ਇਹ ਹੁੰਦਾ ਕਿ ਸਰਦਾਰ ਸਵੇਰੇ ਕੱਪੜਾ ਹੋਰ ਹੁੰਦੇ ਨੇ, ਸ਼ਾਮ ਨੂੰ ਇਹਦੇ ਹੋਰ ਹੁੰਦੇ ਨੇ, ਪੱਗਾਂ ਇਹਨਾਂ ਦੀਆਂ ਵੇਖਣ ਵਾਲੀਆਂ ਨੇ, ਅੱਛੇ ਬੰਦਿਆਂ 'ਚ ਬਹਿੰਦੇ ਉੱਠਦੇ ਨੇ, ਰਹਿੰਦੇ ਨੇ। ਇਹਦਾ ਮਤਲਬ ਇਹ ਉੱਥੇ ਜਾ ਕੇ ਐਡਵਾਂਸ ਹੋ ਗਏ ਨੇ। ਇਹ ਜ਼ਿਆਦਾ ਹੈਗਾ। ਇੱਕ ਤਾਂ ਹੁੰਦੀ ਖਿੱਚ, ਤੁਹਾਡੀ ਖਿੱਚ ਖਤਮ ਨਹੀਂ ਹੋ ਰਹੀ, ਬਸ ਇਹ ਅਹਿਸਾਸ ਕਰਵਾ ਰਹੇ ਤੁਸੀਂ ਪਾਕਿਸਤਾਨ। ਅਸੀਂ ਤਾਂ ਸਿਰਫ ਇਹ ਵੇਖ ਕੇ ਅਗਰ ਖਿੱਚ ਖਤਮ ਕਰ ਦਈਏ ਤੇ ਮੇਰੀ ਜਗ੍ਹਾ ਤੇ ਕਿਸੇ ਨੂੰ ਹੋਰ ਚਾਂਸ ਵੀ ਨਹੀਂ ਮਿਲਦਾ ਜਾਣ ਨੂੰ। ਜੇ ਚਾਂਸ ਨਾ ਮਿਲੇਗਾ ਤਾਂ ਉਹਨਾਂ ਨੂੰ ਪਤਾ ਕਿਵੇਂ ਲੱਗੇਗਾ ਕਿ ਸਾਡੇ ਇੰਡੀਅਨਸ ਕਿਹੋ ਜਿਹੇ ਨੇ ਜਾਂ ਇੰਡੀਆ ਕਿੰਨਾ ਅੱਗੇ ਚਲਾ ਗਿਆ ਹੈ। ਅਸੀਂ ਉਹਨਾਂ ਨਾਲ ਡਿਸਕਸ ਕਰਨੇ ਆ ਜਦੋਂ, ਫਿਰ ਉਹ ਹੈਰਾਨ ਬਹੁਤ ਹੁੰਦੇ ਨੇ। ਇਹ ਤੁਹਾਨੂੰ ਤੇ ਵੀਜ਼ਾ ਮਿਲ ਗਿਆ, ਜਿਹੜੇ ਤੁਹਾਡੇ ਉਧਰ ਯਾਰ ਦੋਸਤ ਬਣ ਗਏ ਉਹ ਤਾਂ ਨਹੀਂ ਇੱਥੇ ਇੰਨੇ ਸੌਖੇ ਹੁੰਦੇ ਜਿੰਨਾ? ਨਹੀਂ, ਉਹਨਾਂ ਨੂੰ ਵੀ ਵੀਜ਼ਾ ਅਸੀਂ ਹੀ ਦਵਾਈਏ ਤੇ ਆਉਂਦੇ ਨੇ। ਉਹਨਾਂ ਦਾ ਵੀਜ਼ਾ ਵੀ ਅਸੀਂ ਇੱਥੋਂ ਆਪਣਾ ਗਵਰਨਮੈਂਟ ਲੈਵਲ ਤੋਂ ਕਿਸੇ ਆਪਣਾ ਹਾਈ ਅਥਾਰਟੀਜ਼ ਤੋਂ, ਇਸਲਾਮਾਬਾਦ ਜਿਹੜੀ ਸਾਡੀ ਐਮਬੈਸੀ ਹੈ, ਇੰਡੀਅਨ ਐਮਬੈਸੀ, ਉੱਥੇ ਉਹਨਾਂ ਨੂੰ ਕਵਾਈਦਾ ਤਾਂ ਵੀਜ਼ਾ ਮਿਲਦਾ, ਐਵੇਂ ਨਹੀਂ ਮਿਲਦਾ। ਐਵੇਂ ਨਹੀਂ ਮਿਲਦਾ। ਤੇ ਤੁਸੀਂ ਜਦੋਂ ਜਾਂਦੇ ਫਿਰ ਪੂਰੀ ਆਓ ਭਗਤ ਵੀ ਪੂਰੀ ਕਰਦੇ? ਆਓ ਭਗਤ ਜੀ ਸਾਨੂੰ ਤੇ ਲੋੜ ਕੋਈ ਨਹੀਂ, ਪਰ ਉਹ ਤੇ ਕਰਦੇ ਹੀ ਕਰਦੇ ਨੇ। ਗੱਡੀਆਂ ਉਹਨਾਂ ਦੀਆਂ ਆ ਜਾਂਦੀਆਂ ਨੇ ਉੱਥੋਂ, ਫਿਰ ਬਾਗੇ ਤੋਂ ਲੈ ਜਾਂਦੀਆਂ ਨੇ। ਪਹਿਲਾਂ ਤਾਂ ਪਿੰਡ ਸਾਹਿਬ ਇੰਨੀ ਵਾਰ ਤੁਸੀਂ ਹੋ ਆਏ, ਤੁਹਾਨੂੰ ਲੱਗਦਾ ਕਿ ਦੋਨਾਂ ਗੌਰਮੈਂਟ, ਪਾਕਿਸਤਾਨ ਗੌਰਮੈਂਟ ਵੀ ਇੰਡੀਅਨ ਗੌਰਮੈਂਟ, ਇਹ ਜਿਹੜਾ ਵੀਜ਼ਾ ਦਾ ਪ੍ਰੋਸੈਸ ਹੈ ਬੜਾ ਸੁਖਾਲਾ ਹੋਣਾ ਚਾਹੀਦਾ ਹੈਗਾ ਜੀ? ਵੇਖੋ, ਮੈਂ ਇਹ ਜਿਹੜੀ ਕੁੜੱਤਣ ਵਾਲੀ ਗੱਲ ਕਰਨੇ ਆ ਨਾ, ਕੁੜੱਤਣ ਤੇ ਇੱਕ ਦਿਨ ਦੀ ਖੇਡ ਹੈ ਸਾਰੀ। ਕੁੜੱਤਣ ਇੱਕ ਦਿਨ 'ਚ ਖਤਮ ਹੋ ਜਾਏਗੀ। ਉਹ ਕਿਵੇਂ ਜੀ? ਉਹ ਇਸ ਤਰ੍ਹਾਂ ਕਿ ਵੀਜ਼ਾ ਸਿਸਟਮ ਬੰਦ ਕਰਕੇ ਇਹ ਕੁਛ ਦਿਨ ਵਾਸਤੇ ਪਰਮਿਟ ਸਿਸਟਮ ਦੇ ਉੱਤੇ ਲੋਕਾਂ ਨੂੰ ਵੀਜ਼ਾ ਦਿੱਤਾ, ਮਤਲਬ ਔਨ ਅਰਾਈਵਲ ਇੱਕ ਪਰਮਿਟ ਸਿਸਟਮ, ਵੀ ਜੋ ਹੋਇਆ ਉਹ ਇੰਡੀਆ, ਪਰਟੀਕੂਲਰਲੀ ਕਿਹੜੇ ਸ਼ਹਿਰ ਜਾਣਾ ਤੁਸੀਂ। ਉਹ ਫਿਰ ਜਦੋਂ ਲਾਰਜ ਸਕੇਲ 'ਤੇ ਉਹਨਾਂ ਨੂੰ ਮੌਕਾ ਮਿਲੇ ਇੰਡੀਆ ਨੂੰ ਵੇਖਣ ਦਾ, ਤੇ ਫਿਰ
ਇਹ ਸਾਡੀ ਜਿੱਤ ਤੇ ਬੜੀ ਵੱਡੀ ਇੰਡੀਆ ਦੀ। ਨਹੀਂ, ਲੋਕਾਂ 'ਚ ਕੜੱਤਨ ਹੈ ਕਿ ਸਰਕਾਰਾਂ 'ਚ ਕੜੱਤਨ? ਨਹੀਂ, ਲੋਕਾਂ 'ਚ ਵੀ ਕੁੜੱਤਨ ਨਹੀਂ ਤੇ ਸਰਕਾਰਾਂ 'ਚ ਵੀ ਕੁੜੱਤਨ ਨਹੀਂ। ਸਰਕਾਰਾਂ ਦੀ ਮਜਬੂਰੀ, ਮਸਲਾ ਕਿੱਥੇ ਹੈ? ਮੈਂ ਦੱਸਣਾ, ਸਰਕਾਰਾਂ ਦੀ ਮਜਬੂਰੀ ਏ ਵੋਟ ਜੀ। ਉਹ ਵੋਟ, ਉਹ ਸੋਚਦੇ ਨੇ ਕਿ ਵੋਟ ਕਸ਼ਮੀਰ ਦੇ ਨਾਂ ਤੇ ਮਿਲ ਜਾਏਗਾ। ਦੋਨੇ ਮੁਲਕੀ ਅਸੀਂ ਆਪਣਾ ਨਹੀਂ ਕਹਿ ਸਕਦੇ, ਸਾਡਾ ਮੁਲਕ ਬਹੁਤ ਵੱਡਾ ਹੈ ਜੀ, ਔਰ ਸਾਡੇ ਮੁਲਕ ਨੂੰ ਇਹੋ ਜਿਹੇ ਕਸ਼ਮੀਰ ਦੇ ਨੇ ਆਸਰੇ ਨਹੀਂ ਵੋਟ ਪੈਂਦੀ ਜੀ। ਉਹਨਾਂ ਨੂੰ ਪੈ ਜਾਂਦੀ ਹੈਗੀ? ਉਹਨਾਂ ਨੂੰ ਪੈ ਜਾਂਦੀ, ਮਗਰ ਨਹੀਂ ਪੈਂਦੀ ਹੁਣ। ਅੱਛਾ, ਉਹ ਨਹੀਂ ਪੈਂਦੀ ਹੁਣ। ਉਹਨਾਂ ਦੇ ਹਾਲਾਤ ਇੰਨੇ ਮਾੜੇ ਹੋ ਗਏ ਨੇ ਫਾਈਨੈਂਸ਼ੀਅਲ, ਕਿ ਉਹ ਕਹਿੰਦੇ ਨੇ ਕਸ਼ਮੀਰ ਕਰਕੇ ਸਾਡਾ ਬੇੜਾ ਗਰਕ ਕਰਕੇ ਰੱਖਤਾ ਤੁਸੀਂ ਦਿੱਤਾ, ਸਾਨੂੰ ਕਸ਼ਮੀਰ ਨਹੀਂ ਚਾਹੀਦਾ ਜੀ, ਵੀ ਅਸੀਂ ਨਹੀਂ ਕਸ਼ਮੀਰ ਲੈਣਾ। ਮਤਲਬ ਕਸ਼ਮੀਰ ਲੈਣਾ ਕੀ, ਕਸ਼ਮੀਰ ਦਾ ਤੁਹਾਨੂੰ ਕੋ ਦਿੰਦਾ ਕੌਣ ਹੈ, ਤੁਸੀਂ ਕੀ ਲੈਣਾ ਤੇ ਕੀ ਨਹੀਂ ਲੈਣਾ। ਉਹ ਫਿਰ ਕਹਿੰਦੇ ਨੇ ਕਸ਼ਮੀਰ ਦਾ ਸਾਨੂੰ ਕੋਈ ਇੰਟਰਸਟ ਨਹੀਂ। ਔਰ ਹੁਣ ਵੀ ਜਿਹੜੀ ਹੁਣ ਵੇਖੋ ਨਾ, ਆਪਾਂ ਕਹਿ ਸਕਦੇ ਹਾਂ ਕਿ ਹੁਣ ਇਮਰਾਨ ਖਾਨ ਦੀ ਗਵਰਨਮੈਂਟ ਨਹੀਂ, ਇਮਰਾਨ ਖਾਨ ਨੇ ਇੰਡੀਆ ਨਾਲ ਟ੍ਰੇਡ ਕਰਨ ਦੀ, ਇਮਰਾਨ ਖਾਨ ਨੇ ਇੰਡੀਆ ਨਾਲ ਟ੍ਰੇਡ ਕਰਨ ਵਾਸਤੇ ਪਹਿਲ ਕੀਤੀ ਜੀ, ਮਗਰ ਉਹਦੇ ਤੇ ਇਹ ਦਬਾਅ ਸੀ ਕਿ ਜਿਹੜਾ 370 ਹੈ ਕਸ਼ਮੀਰ ਦਾ ਜੀ, ਇਸ ਨੂੰ ਵਾਪਸ ਲਿਆ ਜਾਏ। ਉਹ ਦਬਾਅ ਸੀ ਤੇ ਫਿਰ ਉਹ ਦਬਾਅ 'ਚ ਫਿਰ ਰੁਕ ਗਿਆ ਕੰਮ, ਟ੍ਰੇਡ ਰੁਕ ਗਈ। ਹੁਣ ਉਹਦੇ ਵਿੱਚ ਉੱਥੇ ਪੋਲੀਟੀਕਲ ਗਵਰਨਮੈਂਟ ਦੀ ਤਾਕਤ ਹੈ ਨਹੀਂ, ਤਾਕਤ ਸਾਰੀ ਆਰਮੀ ਦੇ ਹੱਥ 'ਚ ਹੈ। ਆਰਮੀ ਹੀ ਚਲਾਉਂਦੀ ਇਹਨਾਂ ਨੂੰ, ਸਿਆਸੀ ਬੰਦਿਆਂ ਨੂੰ। ਐਕਚੁਅਲੀ ਉਹੀ ਨਹੀਂ ਸਾਡੀ ਕੁੜੱਤਨ ਦੂਰ ਹੋਣ ਦਿੰਦੇ। ਅੱਛਾ, ਜਦੋਂ ਤੁਸੀਂ ਤੇ ਆਪਣਾ ਪਿੰਡ ਵੇਖਿਆ, ਗੁਜਰਾਂਵਾਲਾ ਵੇਖੇ, ਜਿਹੜੇ ਇੱਧਰੋਂ ਲੋਕ ਗਏ ਸੀ ਉਧਰ, ਜਦੋਂ ਤੁਸੀਂ ਉੱਥੇ ਜਾਂਦੇ ਜੇ, ਉਹ ਤੁਹਾਨੂੰ ਦੱਸਦੇ ਹੋਣਗੇ ਕਿ ਸਾਡਾ ਕੋਈ ਕਹਿੰਦਾ ਹੁਸ਼ਿਆਰਪੁਰ ਦਾ, ਕੋਈ ਕਹਿੰਦਾ ਕਪੂਰਥਲੇ ਦਾ, ਕੋਈ ਲੁਧਿਆਣੇ ਦਾ। ਉਹ ਕਿੰਨੀ ਕੁ ਤੜਫ ਆ ਗਈ ਉਹਨਾਂ ਦੇ? ਉਹ ਬੜੀ ਵੱਡੀ ਤੜਫ ਹੈ। ਉਹ ਇੰਨੀ ਕੁ ਵੱਡੀ ਤੜਫ ਹੈ ਕਿ ਉਹ ਪਿਛਲੀ ਮਾਰ ਕਾਟ ਭੁੱਲ ਕੇ 47 ਦੀ, ਉਹ ਤੁਹਾਨੂੰ ਜ਼ਿਆਦਾ ਪਿਆਰ ਕਰਦੇ ਨੇ, ਬਜਾਏ ਕਿ ਉਹ ਜਿਹੜੇ ਸਾਡੇ ਨੇਟਿਵਸ ਨੇ ਉੱਥੇ, ਉਹਨਾਂ ਨਾਲੋਂ ਜ਼ਿਆਦਾ ਇਹ ਪਿਆਰ ਕਰਦੇ ਨੇ ਇਹਨਾਂ ਨੂੰ। ਕਿਸੇ ਵੀ ਸ਼ਹਿਰ ਦੇ ਵਿੱਚ ਤੁਸੀਂ ਨਜ਼ਰ ਆ ਗਏ ਹੋ, ਉਹਨਾਂ ਨੂੰ ਪਿਛਲਾ ਪਿੰਡ ਤੁਹਾਨੂੰ ਪਹਿਲਾਂ ਦੱਸੇ ਬਗੈਰ ਨਹੀਂ ਰਹਿ ਸਕਣਾ, ਤੁਹਾਨੂੰ ਖਵਾਏ ਪਕਾਏ ਤੋਰਨਾ ਨਹੀਂ ਉਹਨਾਂ ਨੇ। ਉਹਨਾਂ ਨੂੰ ਸੰਨ 47 ਦੀ ਕੱਟਵੱਡ ਜਿਹੜੀ ਉਹਨਾਂ ਨਾਲ ਵੀ ਹੋਈ ਹੈ, ਉਹਨਾਂ ਦੇ ਜੀ ਮਰੇ ਨੇ, ਉਹ ਭੁੱਲ ਕੇ ਆਪਣਾ ਪਿੰਡ ਵੱਲ ਹੀ ਧਿਆਨ ਹੈ ਉਹਨਾਂ ਦਾ। ਅੱਛਾ, ਇੱਕ ਤਾਂ ਜਦੋਂ ਤੁਹਾਡੀ ਪੀੜ੍ਹੀ, ਦੂਜੀ ਪੀੜ੍ਹੀ ਆ ਗਈ ਗਾਂ, ਹੁਣ ਤੀਜੀ ਪੀੜ੍ਹੀ ਵੀ ਆ ਗਈ, ਉੱਧਰ ਵੀ ਤੀਜੀ ਪੀੜ੍ਹੀ, ਇੱਧਰ ਵੀ ਤੀਜੀ ਪੀੜ੍ਹੀ, ਕਈ ਚੌਥੀ ਪੀੜ੍ਹੀ ਵੀ ਆ ਸਕਦੀ। ਤੁਹਾਨੂੰ ਲੱਗਦਾ ਕਿ ਆਉਣ ਵਾਲੀਆਂ ਜਿਹੜੀਆਂ ਸਾਡੀ 5ਵੀਂ 6ਵੀਂ 7ਵੀਂ ਜਾਂ ਪੀੜ੍ਹੀਆਂ ਹੋਣਗੀਆਂ, ਉਹਨਾਂ 'ਚ ਵੀ ਇੱਦਾਂ ਹੀ ਖਿੱਚ ਰਹੇਗੀ ਕਿ ਸਾਡੇ ਵੱਡ ਵਡੇਰੇ ਉੱਥੋਂ ਆਏ? ਹਾਂ, ਖਿੱਚ ਰਹੇਗੀ, ਹਮੇਸ਼ਾ ਰਹੇਗੀ। ਉਹ ਜਦੋਂ ਵੀ ਗੱਲ ਕਰਦੇ ਨੇ, ਉਹ ਆਪਣੇ ਪਿੱਛੇ ਦੀ ਗੱਲ ਕਰਦੇ ਨੇ, ਪਾਕਿਸਤਾਨ ਦੀ ਗੱਲ ਨਹੀਂ ਕਰਦੇ। ਬਹੁਤ ਸਾਰਿਆਂ ਨੂੰ ਆਪਣਾ ਉੱਥੇ ਧਰਮ ਕਨਵਰਟ ਕਰਨਾ ਪਿਆ ਗਿਆ, ਜਦੋਂ ਬਹੁਤ ਸਾਰਿਆਂ ਤੇ ਨਹੀਂ ਕਰਨਾ ਪਿਆ, ਕੁਛ ਪ੍ਰਾਪਰਟੀ ਆਪਣੀ ਦੇ ਲਾਲਚ ਵਿੱਚ ਕਨਵਰਟ ਕਰਨਾ ਪਿਆ ਉਸ ਵੇਲੇ ਧਰਮ। 47 'ਚ ਜ਼ਿਆਦਾਤਰ ਧਰਮ ਪੁਰਾਣਾ ਕਨਵਰਟ ਹੋਇਆ ਹੈ, ਸਾਡੇ ਜੱਟਾਂ ਦਾ ਜ਼ਿਆਦਾ, ਬਹੁਤ ਜ਼ਿਆਦਾ, ਹਿੰਦੂਆਂ ਦਾ ਵੀ ਔਰੰਗਜ਼ੇਬ ਦੇ ਟਾਈਮ ਹੋਇਆ। ਕੁਛ ਬਾਅਦ ਸ਼ਾਦੀਆਂ ਦੇ ਲਾਲਚ ਨੂੰ ਹੋ ਗਿਆ, ਮੁਸਲਮਾਨੀ ਨਾਲ ਵਿਆਹ ਕਰ ਲਿਆ ਤਾਂ ਹੋ ਗਿਆ ਕਨਵਰਟ। 47 ਦੇ ਵਿੱਚ ਤੇ ਜ਼ਿਆਦਾ ਨਹੀਂ ਹੋਇਆ। ਤੁਹਾਨੂੰ ਲੱਗਦਾ ਕਿ ਇੱਦਾਂ ਦੀ ਕੋਈ ਤੁਹਾਡੀ ਫੇਰੀ ਹੋਈ ਹੋਵੇ ਕਿ ਤੁਸੀਂ ਵੀ ਵਹਿ ਗਏ ਹੋਗੇ ਹੰਝੂਆਂ ਦੇ ਵਿੱਚ, ਜਾਂ ਕਿ ਕੋਈ ਇੱਦਾਂ ਦੀ ਯਾਦ ਤੇ ਤੁਸੀਂ ਇੰਨਾ ਜ਼ਿਆਦਾ ਗਮ ਮਾਹੌਲ ਯਾਰ ਨਹੀਂ ਹੋਣਾ ਚਾਹੀਦਾ, ਕੋਈ ਇੱਦਾਂ ਦੇ ਪਲ ਜਦੋਂ ਗਏ ਹੋਗੇ ਤੁਸੀਂ ਉੱਥੇ? ਦੇਖੋ, ਆਪਣੇ ਆਪ ਨੂੰ ਰੋਕ ਨਾ ਸਕਿਓ ਜੀ। ਉਹ ਮੈਂ ਤੇ ਉਹੋ ਜਿਹੇ ਪਲ ਨਹੀਂ ਮਹਿਸੂਸ ਕਰ ਸਕਦਾ, ਕਿਉਂਕਿ ਮੈਂ ਤਾਂ ਪਾਰਟੀਸ਼ਨ 'ਚ, ਮੇਰਾ ਬਰਥ ਉੱਥੇ ਦਾ ਨਹੀਂ ਸੀ ਜੀ, ਜਾਂ ਨਾ ਹੀ ਮੇਰੇ ਨਾਲ ਇਹ ਕੰਮ ਹੋਇਆ ਹੈ। ਜਿੱਦਾਂ ਤੁਹਾਡੇ ਜਿਹੜੇ ਬਜ਼ੁਰਗਾਂ ਦੇ ਕੋਈ ਯਾਰ ਦੋਸਤ ਵਿਛੜੇ ਹੋਣ, ਇਕੱਠੀ ਗਲੀ 'ਚ ਖੇਡੇ, ਉਹ ਬਜ਼ੁਰਗਾਂ ਨਾਲ ਜਦੋਂ ਮੈਂ ਗਿਆ ਸਾਂ, ਉਦੋਂ ਇਹ ਪਲ ਆਏ ਸਨ ਕਿ ਇੰਨੀ ਦੁਨੀਆ ਇਕੱਠੀ ਹੋ ਕੇ ਮਿਲਣ ਵਾਸਤੇ ਆਈ ਸੀ। ਔਰ ਮੇਰੇ ਫਾਦਰ ਦੱਸਦੇ ਨੇ ਪਾਰਟੀਸ਼ਨ ਦਾ ਥੋੜ੍ਹਾ, ਮੈਨੂੰ ਜਿਹੜਾ ਉਹਨਾਂ ਨੇ ਦੱਸਿਆ ਹੈ, ਕਹਿੰਦੇ ਨੇ ਵੀ ਸਾਡੀ ਫੈਮਿਲੀ 1 ਮਹੀਨਾ ਬਾਅਦ ਆਈ ਹੈ। ਅੱਛਾ। ਕਿਉਂਕਿ ਆਸ-ਪਾਸ ਦੇ ਪਿੰਡਾਂ ਨੂੰ ਇਹ ਸੀ ਕਿ ਅਗਰ ਅਸੀਂ ਇਹਨਾਂ ਤੇ ਅਟੈਕ ਕੀਤਾ ਤੇ ਇਹ ਇਹਨਾਂ ਕੋਲ ਵੈਪਨ ਬਹੁਤ ਹੈ,
ਇਹ ਮਾਰਨ ਗਏ। ਫਿਰ ਇਹਨਾਂ ਦੇ ਰਾਤ ਨੂੰ ਇੱਕ DSP ਆਇਆ ਥੋੜ੍ਹਾ ਜਿਹਾ ਸੂਹ ਲੈਣ ਕਿ ਇਹਨਾਂ ਕੋਲ ਕੀ ਕੁਝ ਹੈ। ਉਹ ਕਹਿੰਦੇ ਜੀ ਸਰਦਾਰ ਸਾਹਿਬ ਤੁਸੀਂ ਸੇਫ ਹੋ? ਕਹਿੰਦੇ ਸੇਫ ਹਾਂ। ਅਤੇ ਫਿਰ ਤੁਹਾਨੂੰ ਕੋਈ ਲੋੜ ਹੈ ਤਾਂ ਸਾਨੂੰ ਦੱਸੋ। ਉਹ ਕਹਿੰਦੇ ਜੀ ਕੋਈ ਲੋੜ ਨਹੀਂ। ਇਹ ਫਿਰ ਸੇਮ ਰਾਤ ਨੂੰ ਇਹਨਾਂ ਨੂੰ ਪਤਾ ਲੱਗ ਗਿਆ ਕਿ DSP ਹੁਣ ਸਾਡੇ 'ਤੇ ਇਹ ਗੌਰਮੈਂਟ ਕਰਾਏਗੀ ਹਮਲਾ। ਇਹ ਰਾਤ ਨੂੰ ਫਿਰ ਘੋੜਿਆਂ 'ਤੇ ਤਿੰਨੇ ਭਰਾ ਅਤੇ ਬਰਾਦਰੀ ਇਹ ਨਿਕਲ ਆਏ ਨੇ। ਫਿਰ ਰਾਹ 'ਚ ਮੌਬ ਇਹਨਾਂ ਨੂੰ ਪਿਆ। ਮੌਬ ਨੇ ਕਿਹਾ ਇਹਨਾਂ ਨੂੰ ਕਿ ਤੁਸੀਂ ਸਾਨੂੰ ਆਪਣੇ ਬੰਦੂਕਾਂ ਆਪਣੇ ਹਥਿਆਰ ਦੇ ਦਿਓ, ਤੁਸੀਂ ਚਲੇ ਜਾਓ, ਅਸੀਂ ਕੀ ਲੈਣਾ ਤੁਹਾਨੂੰ। ਉਹ ਗੱਲਾਂ ਬਾਤਾਂ ਕਰਦੇ ਹੀ ਸਨ ਅਤੇ ਮੇਰੇ ਫਾਦਰ ਨੇ 3-4 ਮਾਰੇ ਮੁਸਲਮਾਨ ਉਸੇ ਵੇਲੇ। ਉਹ ਫਿਰ ਮੌਬ ਦੌੜ ਗਿਆ। ਫਿਰ ਜਿਹੜੇ ਸਾਡੇ ਮੌਬ ਜਿਹੜੇ ਉੱਥੇ ਟਰੈਪ ਹੋਏ ਸਨ ਸਾਡੇ ਆਪਣੇ ਸਿੱਖ ਹਿੰਦੂ, ਫਿਰ ਇਹਨਾਂ ਨੂੰ ਕੱਢ ਕੇ ਲਿਆਂਦਾ ਉੱਥੋਂ। ਰਾਵੀ ਦਰਿਆ ਪਾਰ ਕੀਤਾ, ਅੰਮ੍ਰਿਤਸਰ ਪਹੁੰਚੇ। ਅੰਮ੍ਰਿਤਸਰ ਪਹੁੰਚ ਕੇ ਵੇਖਿਆ ਕਿ ਅੰਧੇਰਾ ਹੀ ਅੰਧੇਰਾ, ਕੋਈ ਮੁਸਲਮਾਨਾਂ ਕੋਲ ਜ਼ਮੀਨਾਂ ਨਹੀਂ ਸਨ ਇੰਨੀਆਂ। ਤਾਂ ਮੇਰੇ ਫਾਦਰ ਦੇ ਰਿਸ਼ਤੇਦਾਰ ਸਨ ਸਰਦਾਰ ਜੋਗਿੰਦਰ ਸਿੰਘ ਮਾਨ, ਉਹ MLA ਸਨ ਉਸ ਵਕਤ। ਉਹਨਾਂ ਨੇ ਕਿਹਾ ਕਿ ਤੁਸੀਂ ਕਰਨਾਲ ਵੱਲ ਨੂੰ ਨਿਕਲ ਜਾਓ, ਉੱਥੇ ਨਵਾਬ 3-4 ਨਵਾਬ ਨੇ, ਉਹਨਾਂ ਦੀਆਂ ਜ਼ਮੀਨਾਂ ਤੁਹਾਨੂੰ ਮਿਲ ਜਾਣਗੀਆਂ। ਉਹਨਾਂ ਵਿੱਚੋਂ ਇੱਕ ਨਵਾਬ ਦੀ ਹਵੇਲੀ ਸਾਨੂੰ ਅਲਾਟ ਹੋਈ, ਜ਼ੁਲਫਕਾਰ ਅਲੀ ਨਵਾਬ ਦਾ ਨਾਂ ਸੀ ਜੀ। ਮੇਰਾ ਬਰਥ ਵੀ ਉੱਥੇ ਦਾ। ਉਸ ਤੋਂ ਬਾਅਦ ਡਾਕਟਰ MS ਰੰਧਾਵਾ ਮੇਰੇ ਫਾਦਰ ਦੇ ਕੰਟੈਕਟ 'ਚ ਆਏ। ਡਾਕਟਰ MS ਰੰਧਾਵਾ ਉਸ ਵਕਤ ਡਾਇਰੈਕਟਰ ਰੀਹੈਬਲੀਟੇਸ਼ਨ ਸਨ। ਉਹਨਾਂ ਨੇ ਫਿਰ ਸਾਨੂੰ ਜ਼ਮੀਨ ਨੀਲੋ ਖੜੀ ਅਲਾਟ ਕੀਤੀ। ਫਿਰ ਉਹਨਾਂ ਨਾਲ ਰਿਲੇਸ਼ਨ ਬਹੁਤ ਜ਼ਿਆਦਾ, ਫਾਦਰ ਦੇ ਸਾਰੀ ਉਮਰ ਹੀ ਨਿਭੇ। ਤੇ ਹੁਣ ਆਖਰੀ ਵਾਰ ਕਦੋਂ ਪਾਕਿਸਤਾਨ ਗਏ ਜੀ ਹੁਣ ਤੁਸੀਂ? ਹੁਣ ਅਪ੍ਰੈਲ 'ਚ। ਤੇ ਜਾਂਦੇ ਰਹੋਗੇ ਜਦੋਂ ਤੱਕ ਜਾਣ ਹੈ, ਜਦੋਂ ਤੱਕ ਵੀਜ਼ਾ ਮਿਲਦਾ ਹੈ। ਵੀਜ਼ੇ ਤੋਂ ਬਿਨਾਂ ਤਾਂ ਨਹੀਂ ਜਾ ਸਕਦੇ। ਚਲੋ ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਬਿਲਕੁਲ ਬਹੁਤ ਸਾਰੀਆਂ ਯਾਦਾਂ ਨੇ, ਤੇ ਯਾਦਾਂ ਹਮੇਸ਼ਾ ਤਾਜ਼ਾ ਵੀ ਰਹਿੰਦੀਆਂ ਹੈਗੀਆਂ ਨੇ, ਕਿਉਂਕਿ ਦਿਖਾਂਤ ਹੀ ਐਡਾ ਵੱਡਾ ਵਾਪਰਿਆ ਸੀ। ਵੱਖਰੀ ਗੱਲ ਕਿ ਅਸੀਂ ਆਜ਼ਾਦੀ ਦੇ ਜਸ਼ਨ ਮਨਾ ਰਹੇ, ਪਰ ਇਹ ਅਰਦਾਸ ਕਰਦੇ ਹਾਂ ਕਿ 47 ਮੁੜ ਨਾ ਆਵੇ। ਬੜਾ 47 ਨੇ ਉਜਾੜਿਆ ਸੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ। ਧੰਨਵਾਦ।